ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਕਾਲ ਪੁਰਖ ਦੀ ਬਹੁਤ ਕਿਰਪਾ ਹੈ ਕਿ ਅੱਜ ਅਸੀਂ ਸਾਰੇ ਵਿਊਅਰਸ, ਸਾਰੀ ਸੰਗਤ, ਸਭਨਾਂ ਨਾਲ ਦੁਬਾਰਾ ਇੱਕ ਵਾਰ ਜੋ ਅਸੀਂ ਤਿੰਨ ਵੀਰਾਂ ਨੂੰ ਬੇਨਤੀ ਕੀਤੀ ਸੀ, ਵੀਰ ਪ੍ਰਭਦੀਪ, ਪ੍ਰੋਫੈਸਰ ਸਰਬਜੀਤ ਸਿੰਘ ਧੁੰਦਾ ਔਰ ਪ੍ਰੋਫੈਸਰ ਇੰਦਰ ਸਿੰਘ ਕੱਗਾ, ਨਾਲ ਹੀ ਪ੍ਰੋਫੈਸਰ ਦਰਸ਼ਨ ਸਿੰਘ ਜੀ ਨੂੰ ਵੀ ਬੇਨਤੀ ਕੀਤੀ ਸੀ, ਔਰ ਵੀਰ ਗੁਰਚਰਨ ਸਿੰਘ, I'm not sure about the name, ਪੱਕੀ ਨਾਮ ਸ਼ਾਇਦ ਗੁਰਚਰਨ ਜਾਂ ਗੁਰਸ਼ਰਨ ਹੋਵੇ, I don't know, but this is not the topic or worry here, but their name is not the worry। ਕਿਸੇ ਦਾ ਨਾਮ ਸਾਡੀ ਕੋਈ ਪ੍ਰੋਬਲਮ ਨਹੀਂ ਹੈ, ਸਾਰੇ ਹੀ ਜੀਵ ਹਨ। ਇਸ ਕਰਕੇ ਦੁਬਾਰਾ ਗੱਲ ਕਰਨੀ ਹੈ ਕਿਉਂਕਿ ਰਿਸਪਾਂਸਿਸ ਆਏ ਹਨ ਤੇ ਰਿਸਪਾਂਸਿਸ ਐਸੇ ਆ ਰਹੇ ਹਨ ਕਿ ਸਾਨੂੰ ਸਰੀਰ ਦਾ ਪੁਜਾਰੀ ਜਿੱਦਾਂ ਕਿਹਾ ਜਾ ਰਿਹਾ ਹੈ ਕਿ ਅਸੀਂ ਸੰਤਾਂ ਦੇ ਜੋ ਗੁਰਸਿੱਖ ਹਨ, ਜੋ ਸੰਤਾਂ ਦੇ ਚੇਲੇ ਬਣੇ ਹੋਏ ਹਨ, ਅੱਜ ਸਰੀਰਾਂ ਨਾਲ ਜੁੜੇ ਹੋਏ ਹਨ, ਜੋ ਸਵਾਲ ਸਾਨੂੰ ਇਹ ਪੁੱਛਦੇ ਹਨ, ਇੱਥੋਂ ਇਹ ਸਾਬਿਤ ਹੁੰਦਾ ਹੈ ਕਿ ਇਹ ਆਪ ਕਿਸੇ ਸਰੀਰ ਦੀ ਸਪੋਰਟ ਵਿੱਚ ਲੋਕ ਸਾਡੇ ਨਾਲ ਲੜਨਾ ਚਾਹੁੰਦੇ ਹਨ। ਸੋ ਇਹ ਜੋ ਮੈਸੇਜ ਆਏ ਹਨ ਸਾਨੂੰ, ਇਹ ਮੈਸੇਜ ਕੋਈ ਸਾਨੂੰ ਪ੍ਰੋਫੈਸਰ ਸਰਬਜੀਤ ਸਿੰਘ ਧੁੰਦਾ ਜੀ ਤੋਂ ਨਹੀਂ ਆਇਆ, ਨਾ ਟਾਈਗਰ ਜੈਸਾ UK ਤੋਂ ਆਇਆ ਹੈ, ਨਾ ਇੰਦਰ ਸਿੰਘ ਕੱਗਾ ਤੋਂ ਆਇਆ ਹੈ। ਇਸ ਕਰਕੇ ਨਾ ਅਸੀਂ ਉਹ ਬੰਦੇ ਦਾ ਨਾਂ ਦੱਸ ਸਕਦੇ ਹਾਂ ਆਪ ਨੂੰ ਕਿਸ ਨੇ ਮੈਸੇਜ ਭੇਜਿਆ ਹੈ, ਪਰ ਉਹ ਸਮਝਦਾਰ ਹੈ, ਇਸ ਕਰਕੇ ਇਸ਼ਾਰਾ ਕਾਫੀ ਹੁੰਦਾ ਹੈ। ਔਰ ਜੋ ਗੱਲ ਹੈ, ਅਸੀਂ ਪਹਿਲੀ ਵੀ ਵੀਡੀਓ ਵਿੱਚ ਇਹਨਾਂ ਤਿੰਨਾਂ ਵੀਰਾਂ ਜਿਹੜਾ ਨੂੰ ਪ੍ਰਚਾਰਕ ਹਨ, ਇਹਨਾਂ ਨੂੰ ਕਿਸੇ ਨੂੰ ਨਹੀਂ ਅਸੀਂ ਡਿਸਰਿਸਪੈਕਟ ਕੀਤਾ, ਨਾ ਅਸੀਂ ਇਸ ਵੀਡੀਓ ਵਿੱਚ ਕਰਾਂਗੇ। ਪਰ ਜੋ ਸਵਾਲ ਆਏ ਹਨ ਉਹ ਕੋਈ ਇਹਨਾਂ ਦੇ ਸਰੀਰ ਦਾ ਪੁਜਾਰੀ ਬਣ ਚੁੱਕਾ ਹੋਏਗਾ ਵੀਰ, ਜੋ ਖੁਦ ਸ਼ਾਇਦ ਇਹ ਆਪ ਨਹੀਂ ਮੰਨਦੇ, ਇਹ ਆਪ ਕਹਿੰਦੇ ਹਨ ਕਿ ਸਰੀਰ ਦਾ ਪੁਜਾਰੀ ਹੋਣਾ ਬੁਰੀ ਗੱਲ ਹੈ। ਸੋ ਮੇਰੀ ਬੇਨਤੀ ਹੋਏਗੀ ਕਿ ਇਹਨਾਂ ਵੀਰਾਂ ਨੂੰ ਵੀ ਤੁਸੀਂ ਸਮਝਾ ਦੇਵੋ ਜਿਹੜੇ ਸਾਨੂੰ ਮੈਸੇਜ ਭੇਜਦੇ ਹਨ। ਇਹਨਾਂ ਤਿੰਨਾਂ ਵੀਰਾਂ ਨੂੰ ਬੇਨਤੀ ਹੈ, ਇਹਨਾਂ ਸਾਰੇ ਵੀਰਾਂ ਨੂੰ ਸਮਝਾਓ ਕਿ ਤੁਹਾਡੇ ਹੱਕ ਵਿੱਚ ਲੋਕ ਘੱਟ ਬੋਲਣ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਹੱਕ ਵਿੱਚ ਜ਼ਿਆਦਾ ਬੋਲਣ, ਕਿਉਂਕਿ ਜੋ ਸਾਨੂੰ ਕੁਐਸਚਨ ਆਉਂਦੇ ਹਨ ਕਿ ਉਹ ਕੇਵਲ ਕਿ ਤੁਹਾਡਾ ਇੱਕ ਰੱਟਾ ਲਾਇਆ ਹੋਇਆ ਹੈ ਲੋਕਾਂ ਨੇ, ਜੋ ਤੁਸੀਂ ਲੋਕਾਂ ਨੂੰ ਦੱਸ ਰਹੇ ਹੋ ਕਿ ਕੇਵਲ ਭਾਵ ਜੋ ਪਹਿਲੀ ਵੀਡੀਓ 'ਚ ਗਿਆ ਸੀ ਜਿੱਥੋਂ 10 ਪਿੱਛੇ ਨਹੀਂ ਹਟਿਆ, ਜੋ ਸੱਚਾਈ ਹੈ ਕਿ ਗੁੰਮਰਾਹ ਕੀਤਾ ਜਾ ਰਿਹਾ ਹੈ, ਉਹ ਅਸੀਂ ਹਮੇਸ਼ਾ ਕਵਾਂਗੇ। ਤੋਂ ਉਹੀ ਗੱਲਾਂ ਅੱਜ ਸੰਗਤ ਬੋਲ ਰਹੀ ਹੈ। ਇਸ ਕਰਕੇ ਦਾਸ ਨੇ ਇਹਨਾਂ ਸਾਰੀਆਂ ਗੱਲਾਂ ਦੇ ਜਵਾਬ ਦੇਣੇ ਹਨ ਆਪ ਨੂੰ ਕਿ ਇਹ ਗੱਲਾਂ ਕਿਵੇਂ ਗੁੰਮਰਾਹ ਕਰ ਰਹੀਆਂ ਹਨ ਔਰ ਕਿਵੇਂ ਇਹਨਾਂ ਗੱਲਾਂ ਤੋਂ ਦੂਰ ਹੋਇਆ ਜਾਵੇ, ਕਿਉਂਕਿ ਇਹਨਾਂ ਸਾਰੀਆਂ ਗੱਲਾਂ ਵਿੱਚ ਜੋ ਕੁਐਸਚਨ ਆਉਂਦੇ ਹਨ ਸਾਨੂੰ ਕੋਈ ਅਕਾਲ ਪੁਰਖ ਦਾ ਗਿਆਨ ਨਹੀਂ ਹੈ, ਕੇਵਲ ਸਮਾਂ ਆਪਣਾ ਵੇਸਟ ਹੀ ਕਰੋਗੇ ਆਪ ਸਭ ਜੇ ਇਹਨਾਂ ਗੱਲਾਂ ਵਿੱਚ ਪਵੋਗੇ, ਕਿਉਂਕਿ ਹਰ ਇੱਕ ਗੱਲ ਤੋਂ ਵਾਈ ਉੱਠਦਾ ਹੈ, ਕਿਉਂ ਉੱਠਦਾ ਹੈ, ਹਰ ਇੱਕ ਸਵਾਲ ਨੂੰ ਅਸੀਂ ਕਿਉਂ ਪੁੱਛ ਸਕਦੇ ਹਾਂ, ਇਹ ਕਿਉਂ, ਉਹ ਕਿਉਂ। ਆਪਾਂ ਪਹਿਲਾਂ ਹੀ ਇੱਕ ਓਂਕਾਰ ਨੂੰ ਇਹ ਕਿਉਂ ਕਹਿ ਸਕਦੇ ਹਾਂ, ਕਿਉਂਕਿ ਇਸ ਕਰਕੇ ਇਹਨਾਂ ਗੱਲਾਂ ਵਿੱਚ ਨਹੀਂ ਪਾਣਾ। ਆਪਾਂ ਗੁਰੂ ਨਾਨਕ ਤੇ ਵਿਸ਼ਵਾਸ ਰੱਖਣਾ ਹੈ, ਆਪਾਂ ਕਿਸੇ ਸਰੀਰ ਦੇ ਪੁਜਾਰੀ ਨਹੀਂ ਹਾਂ once again, ਸੋ ਅਸੀਂ ਵੀ ਨਹੀਂ ਹਾਂ। ਸੋ ਲੈਟਸ ਟੇਕ ਕੇਅਰ ਆਫ ਦਿਸ ਐਂਡ ਲੈਟਸ ਰੈਪ ਦਿਸ ਅਪ, ਕਿਉਂਕਿ ਮੈਂ ਇਸ ਤੋਂ ਬਾਅਦ ਕੋਈ ਵੀਡੀਓ ਬਣਾਉਣਾ ਵੀ ਨਹੀਂ ਚਾਹੁੰਦਾ ਕਿਸੇ ਦਾ ਨਾਮ ਲੈ ਕੇ, ਔਰ ਬੇਨਤੀ ਵੀ ਨਹੀਂ ਕਰਨਾ ਚਾਹੁੰਦਾ, ਕਿਉਂਕਿ ਜੇ ਕੋਈ ਬੇਨਤੀ ਮੰਨਦਾ ਨਹੀਂ ਤੇ ਫਿਰ ਆਪਣਾ ਕੰਮ ਹੈ ਅਸੀਂ ਆਪਣਾ ਪ੍ਰੋਸੈਸ ਜਾਰੀ ਰੱਖੀਏ, ਆਪਣਾ ਸੱਚ ਬੋਲੀਏ। ਤੇ ਮਹਾਰਾਜ ਨੇ ਜੇ ਮਿਹਰ ਕਰਦੇ ਰਹੇ ਮਹਾਰਾਜ, ਫਿਰ ਆਪ ਸਭ ਜਾਣਦੇ ਹੋ, you will see, if the Lord keeps blessing you guys will see where does the truth stand। ਕਿਉਂਕਿ ਅਸੀਂ ਜੋ ਮਿਸ਼ਨ ਅਕਾਲ ਪੁਰਖ ਮੁੱਦਾ ਚੱਕਿਆ ਹੈ, ਅਸੀਂ ਜ਼ਰੂਰ ਦੱਸਣਾ ਚਾਹੁੰਦੇ ਹਾਂ ਕਿ ਇੱਕੋ ਹੀ ਗੱਲ ਕਰਨੀ ਹੈ ਅਸੀਂ, ਪਰ ਜੋ ਪ੍ਰੋਬਲਮਸ ਹੋ ਰਹੀਆਂ ਹਨ ਪਹਿਲਾਂ ਅਸੀਂ ਉੱਥੇ ਸਿਰਫ ਬੇਨਤੀ ਕਰਨੀ ਹੈ, ਉਹਦੇ ਵਿੱਚ ਵੀ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਉਸ ਇੱਕ ਓਂਕਾਰ, ਉਸ ਅਕਾਲ ਪੁਰਖ ਮਾਲਕ ਦਾ ਜ਼ਿਕਰ ਜ਼ਰੂਰ ਹੋਵੇ, ਉਹ ਬਾਹਰ ਨਾ ਜਾਵੇ, ਉਹ ਥਾਂ ਤੇ ਦੱਸਿਆ ਜਾਵੇ। ਤੇ ਇਸ ਕਰਕੇ ਗਲਤ ਸਾਡਾ ਪ੍ਰਚਾਰ ਨਹੀਂ ਹੁੰਦਾ, ਇਸ ਕਰਕੇ ਜੋ ਅਸੀਂ ਬੇਨਤੀ ਕਰਦੇ ਹਾਂ ਉਹ ਵੀ ਪ੍ਰਚਾਰ ਨਹੀਂ ਹੁੰਦਾ। ਉਹ ਤਾਂ ਇੱਕ ਵੀਰਾਂ ਨੂੰ ਸਾਡੀ ਬੇਨਤੀ ਹੈ, ਜਿੱਦਾਂ ਉਹ ਵੀਰ ਸਾਨੂੰ ਸਾਰਿਆਂ ਨੂੰ ਲੋਕਾਂ ਨੂੰ ਬੇਨਤੀ ਕਰਦੇ ਹਨ ਤੇ ਸਾਨੂੰ ਸਮਝਾਉਂਦੇ ਹਨ, ਅੱਗੋਂ ਸਾਡਾ ਵੀ ਕੰਮ ਹੈ ਨਾ ਅਸੀਂ ਬੇਨਤੀ ਕਰੀਏ। ਇਸ ਕਰਕੇ ਸਾਰਿਆਂ ਨੂੰ ਹੀ, ਸਾਰੇ ਹੀ ਦਰਸ਼ਕਾਂ ਨੂੰ, ਸਾਰੇ ਹੀ ਵਿਊਅਰਸ, ਸਾਰੀ ਹੀ ਸੰਗਤ ਨੂੰ ਇਹਨਾਂ ਸਾਰੀਆਂ ਚੀਜ਼ਾਂ ਦੇ ਜੋ ਸਵਾਲ ਹਨ, ਜੋ ਸਾਨੂੰ ਗੁੰਮਰਾਹ ਕਰ ਰਹੇ ਹਨ, ਅੱਜ ਦਾਸ ਕੋਸ਼ਿਸ਼ ਕਰੇਗਾ, ਜੇ ਮਹਾਰਾਜ ਨੇ ਮਿਹਰ ਕੀਤੀ, ਅਕਾਲ ਪੁਰਖ ਨੇ ਸਿਰ ਤੇ ਹੱਥ ਰੱਖਿਆ, ਸਾਰੇ ਹੀ ਚੀਜ਼ਾਂ ਦੇ ਆਪਾਂ ਜਵਾਬ ਦੇਵਾਂਗੇ। ਔਰ ਜੋ ਗੁਰਮਤ, ਜੋ ਗੁਰੂ ਦੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਖਜ਼ਾਨੇ ਵਿੱਚੋਂ ਜੋ ਵੀ ਗੁਣ ਸਾਨੂੰ ਯਾਦ ਆਏ, ਕਹਿ ਲਓ ਸਾਡੀ ਜੋ ਵੀ ਪੰਕਤੀ ਮਹਾਰਾਜ ਨੇ ਮਿਹਰ ਕਰਕੇ ਦਿਮਾਗ ਵਿੱਚ ਪਾਈ, ਅਸੀਂ ਜ਼ਰੂਰ ਆਪ ਸਾਰਿਆਂ ਨਾਲ ਸ਼ੇਅਰ ਕਰਾਂਗੇ। ਪਰ ਪਹਿਲਾਂ ਇਹਨਾਂ ਦੇ ਕਹਿ ਲਓ ਕਿ ਸਿੰਪਲ ਤਰੀਕੇ ਨਾਲ ਹੀ ਜਵਾਬ ਦੇਣੇ ਬੜੇ ਆਸਾਨ ਹਨ, ਕੋਈ ਸਾਨੂੰ ਉਦਾਹਰਨ ਲੈਣ ਦੀ ਲੋੜ ਹੀ ਨਹੀਂ। ਸੋ ਪਹਿਲਾ ਸਵਾਲ ਹੈ ਜੀ, ਸਾਰਿਆਂ ਨਾਲ ਜੋ ਸ਼ੇਅਰ ਕਰਨਾ ਚਾਹੁੰਦੇ ਹਾਂ ਅਸੀਂ, ਅਖੌਤੀ ਦਾ ਮਤਲਬ ਹੈ, ਸਵਾਲ ਨਹੀਂ ਹੈ, ਇਹ ਸਾਨੂੰ ਸਮਝਾਇਆ ਜਾ ਰਿਹਾ ਹੈ, ਕਹਿ ਲਓ ਸਾਨੂੰ ਦੱਸ ਰਹੇ ਹਨ ਜੋ ਅਸੀਂ ਗੱਲਾਂ ਕੀਤੀਆਂ ਹਨ ਪਹਿਲੀ ਵੀਡੀਓ ਵਿੱਚ, ਜੋ ਰਿਕੁਐਸਟ ਕੀਤੀ ਹੈ, ਜੋ ਬੇਨਤੀ ਕੀਤੀ ਹੈ, ਉਸ ਦੇ ਵਿੱਚੋਂ ਜੋ ਗਲਤੀਆਂ ਲੱਭੀਆਂ ਹਨ, ਕਿਉਂਕਿ ਵੀਰ ਨੇ ਬਹੁਤ ਸਮਾਂ ਲਾਇਆ ਕਿ 30 ਮਿੰਟ ਦੀ ਵੀਡੀਓ ਸੁਣ ਕੇ ਉਸ ਚੋਂ ਗਲਤੀਆਂ ਲੱਭੀਆਂ, ਫਿਰ ਉਹਨਾਂ ਸਾਰੀਆਂ ਗਲਤੀਆਂ ਬਾਰੇ ਦੱਸਿਆ। ਇਸ ਕਰਕੇ ਗਲਤੀਆਂ ਹੁਣ ਅੱਜ ਕੱਲ੍ਹ ਖੋਜ ਹੀ ਗਲਤੀ ਬਣ ਚੁੱਕੀ ਹੈ। ਜੇ ਨਹੀਂ ਅੱਜ ਕੱਲ੍ਹ ਗਿਆਨ ਲੱਭਿਆ ਜਾ ਰਿਹਾ, ਸਾਡੀ ਗਲਤੀ ਤਾਂ ਹੈ ਨਹੀਂ, ਪਰ ਅਸੀਂ ਮਾਲਕ ਨੂੰ ਅਰਦਾਸ ਜ਼ਰੂਰ ਕਰਦੇ ਹਾਂ ਕਿ ਸਾਰਿਆਂ ਦੀ ਬੁੱਧੀ
ਸਿੱਧੇ ਰਾਹ ਪਾਵੇ। ਚਲੋ ਇੱਥੇ ਦੱਸਿਆ ਜਾ ਰਿਹਾ ਹੈ ਸਾਨੂੰ ਕਿ ਅਖੌਤੀ ਦਾ ਮਤਲਬ ਹੈ ਜੋ ਹੈ ਪਰ ਅਖਵਾ ਰਹੇ ਨਹੀਂ, ਜੋ ਹੈ ਨਹੀਂ ਪਰ ਅਖਵਾ ਰਹੇ ਹਨ। ਅਖੌਤੀ ਦਾ ਮਤਲਬ ਹੈ ਜੋ ਹੈ ਨਹੀਂ ਪਰ ਅਖਵਾ ਰਹੇ ਹਨ। ਤੇ ਆਈ ਐਮ ਵੈਰੀ ਵੈਲ ਅਵੇਅਰ ਆਫ ਦੈਟ, ਮੈਨੂੰ ਇਸ ਗੱਲ ਦਾ ਪਤਾ ਹੈ। ਪਰ ਇਸ ਦਾ ਕੋਈ ਮੂਰਖ ਨਹੀਂ ਹਾਂ ਅਸੀਂ ਕਿ ਸਾਨੂੰ ਇਹਦਾ ਮਤਲਬ ਨਹੀਂ ਪਤਾ। ਪਰ ਗੱਲ ਇਹ ਹੈ, ਅਸੀਂ ਗੁਰਸਿੱਖ ਹੋਣ ਦੇ ਨਾਤੇ ਕੀ ਇਸ ਗੱਲ ਦਾ ਪ੍ਰਚਾਰ ਕਰਨਾ ਹੈ? ਕੀ ਸਾਡਾ ਪ੍ਰਚਾਰ ਇਹ ਚੀਜ਼ਾਂ ਦੱਸਣਾ ਹੈ? ਕਿੱਥੇ ਗਿਆ ਵਾਹਿਗੁਰੂ? ਠੀਕ ਹੈ ਨਾ। ਇਸ ਕਰਕੇ ਅਸੀਂ ਇਹੀ ਕਹਿ ਰਹੇ ਹਾਂ, ਤੁਸੀਂ ਜਿੱਥੇ ਅਖੌਤੀ ਸੋ ਕਾਲਡ ਲਾਂਦੇ ਹੋ, ਜਿਹੜੇ ਸ਼ਬਦਾਂ ਦੇ ਅੱਗੇ ਲਾਂਦੇ ਹੋ, ਉਹ ਕਮਾਲ ਦੀ ਗੱਲ ਹੈ। ਉਹ ਸ਼ਬਦਾਂ ਦੀ ਮਹਾਨਤਾ ਹੈ। ਜਿੱਦਾਂ ਪਹਿਲਾਂ ਦੱਸਿਆ ਹੈ, ਦਸਮ ਸ਼ਬਦ ਦੀ, ਦਸਮ ਪਾਤਸ਼ਾਹੀ ਦੀ ਬਹੁਤ ਮਹਾਨਤਾ ਹੈ। ਇਹ ਵੀ ਨਹੀਂ ਸੋਚਿਆ ਗਿਆ ਕਿ ਮੇਰੇ ਦਸਮ ਪਾਤਸ਼ਾਹ ਦਾ ਨਾਮ ਤਾਂ ਆਇਆ ਹੈ ਉੱਥੇ, ਮੇਰੇ ਪਿਓ ਦੀ ਗੱਲ ਤਾਂ ਹੋ ਰਹੀ ਹੈ। ਗੱਲ ਤਾਂ ਇਦਾਂ ਹੋ ਗਈ ਨਾ। ਤੇ ਨਾਲ ਹੀ ਗ੍ਰੰਥ ਆਇਆ ਹੈ ਸਾਡਾ ਗੁਰੂ ਗ੍ਰੰਥ ਸਾਹਿਬ, ਉਹੀ ਗ੍ਰੰਥ ਨਾਮ ਦਿੱਤਾ ਗਿਆ। ਇਸ ਕਰਕੇ ਇਹ ਚੀਜ਼ਾਂ ਸੋਚਦੇ ਨਹੀਂ ਤੇ ਅੱਗੇ ਅਖੌਤੀ ਲਾ ਦਿੰਦੇ ਹਾਂ। ਸੰਤਾਂ ਦੇ ਅੱਗੇ ਵੀ ਅਖੌਤੀ ਲਾ ਦਿੰਦੇ ਹਾਂ, ਕਿਉਂਕਿ ਗੁਰੂ ਨੇ ਤਾਂ ਸੰਤ ਦਾ ਆਪੋਜ਼ਿਟ ਅਸੰਤ ਦੱਸਿਆ ਹੈ। ਇਹ ਪਿਛਲੀ ਵੀਡੀਓ 'ਚ ਵੀ ਦੱਸਿਆ ਸੀ, ਅਸੰਤ ਦੱਸਿਆ ਹੈ। ਜੇ ਪ੍ਰੋਫੈਸਰ ਹੋ, ਜੇ ਆਪ ਗੁਰਬਾਣੀ ਦੀ ਖੋਜ ਕਰ ਚੁੱਕੇ ਹੋ, ਤੇ ਉੱਥੇ ਤੁਹਾਨੂੰ ਪਤਾ ਹੈ ਆਪੋਜ਼ਿਟ ਕੀ ਹੁੰਦੇ ਹਨ, ਕਿ ਉਹਦਾ ਪੁੱਠਲਾ ਪਾਸਾ ਕੀ ਹੁੰਦਾ ਹੈ, ਤੇ ਉਹ ਦੱਸਿਆ ਕਰੋ। ਕਿਉਂ ਕਿਸੇ ਨੂੰ ਸਿੱਧਾ ਹੀ ਉਹਦੀ ਗਰਦਨ ਫੜ ਲੈਂਦੇ ਹੋ? ਆਪਨ ਰਹਿ ਗਿਰਵਾਨ ਮੈਂ ਸਿਰ ਨੀਵਾਂ ਕਰ ਦੇਖ, ਉਹ ਗੱਲ ਕਿੱਥੇ ਗਈ? ਉਹ ਪੰਕਤੀ ਕਿੱਥੇ ਗਈ? ਅਸੀਂ ਭੁੱਲ ਗਏ ਅੱਜ। ਇਸ ਕਰਕੇ ਅਖੌਤੀ ਦਾ ਮਤਲਬ ਅਸੀਂ ਜਾਣਦੇ ਹਾਂ ਜੀ, ਪਰ ਸਾਡਾ ਪ੍ਰਚਾਰ ਉਹ ਨਹੀਂ ਹੈ। That's the first wrap up we want to do with the first little answer you gave us. So second ਗੱਲ, ਪ੍ਰੋਫੈਸਰ ਸ਼ਬਦ ਗੁਰਬਾਣੀ ਵਿੱਚ ਗੁਰੂ ਲਈ ਨਹੀਂ ਆਇਆ, ਪਰ ਸੰਤ ਗੁਰੂ ਲਈ ਅਤੇ ਪਰਮੇਸ਼ਰ ਲਈ ਆਇਆ ਹੈ। ਪਹਿਲੀ ਗੱਲ ਇਹ ਕਮਾਲ ਦੀ ਗੱਲ ਹੈ। ਫਿਰ ਅਕਾਲ ਪੁਰਖ ਦੀ ਗੱਲ ਨਹੀਂ ਹੋਈ, ਠੀਕ ਹੈ ਨਾ। ਸਮਝਿਆ ਕਰੋ, ਗੱਲ ਇਹ ਹੈ ਇੱਕ ਗਲਤੀ ਹੀ ਦੱਸੀ ਜਾ ਰਹੀ ਹੈ, ਕੋਈ ਗਿਆਨ ਨਹੀਂ ਦਿਆ ਜਾ ਰਿਹਾ ਹੈ। ਔਰ ਅਸੀਂ ਇਹ ਵੀ ਜਾਣਦੇ ਹਾਂ ਕਿ ਪ੍ਰੋਫੈਸਰ ਸਿਰਫ ਆਪਣਾ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ ਆਇਆ। ਇਹ ਕੋਈ ਸਾਨੂੰ ਨਵੀਂ ਗੱਲ ਤਾਂ ਦੱਸ ਹੀ ਨਹੀਂ ਰਿਹਾ ਆਪਾਂ ਨੂੰ। ਇਸ ਕਰਕੇ ਕਮਾਲ ਦੀ ਗੱਲ ਹੈ ਕਿਵੇਂ ਇੱਕ ਲੜਾਈ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹਦੇ ਵਿੱਚ। ਔਰ ਮਹਾਰਾਜ ਦੀ ਮਿਹਰ ਹੈ, ਅਸੀਂ ਇਸ ਗੱਲ ਤੋਂ ਗੁੱਸੇ ਤਾਂ ਕਰਦੇ ਨਹੀਂ, ਪਰ ਇਸ ਗੱਲ ਦਾ ਜਵਾਬ ਜ਼ਰੂਰ ਦੇਣਾ ਚਾਹੁੰਦੇ ਹਾਂ, ਕਿਉਂਕਿ ਤੁਸੀਂ ਸਾਨੂੰ ਮੂਰਖ ਨਹੀਂ ਬਣਾ ਸਕਦੇ। ਸਿੰਪਲ ਗੱਲ ਹੈ, ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਓ ਵੀਰ ਜੀ, ਸਾਰੇ ਜਿੰਨੇ ਵੀ ਹੋ ਆਪ, ਮੂਰਖ ਨਹੀਂ ਬਣਾਂਗੇ। ਔਰ ਨਾ ਆਪ ਨੂੰ ਗਾਲਾਂ ਕੱਢਾਂਗੇ, ਨਾ ਗੁੱਸੇ ਵਿੱਚ ਆਵਾਂਗੇ। ਹਾਂ, ਸ਼ੇਰਾਂ ਵਾਲੀ ਆਵਾਜ਼ ਮਹਾਰਾਜ ਨੇ ਦਿੱਤੀ ਹੈ, ਤੇ ਜ਼ਰੂਰ ਸ਼ੇਰਾਂ ਵਾਲੀ ਆਵਾਜ਼ ਤਾਂ ਰੱਖਣੀ ਹੈ ਨਾ। ਇਹ ਤਾਂ ਨਹੀਂ ਤੁਹਾਨੂੰ ਹੁਣ ਹਰ ਵਾਰ ਬਿੱਲੀ ਬਣ ਕੇ ਹੀ ਬੇਨਤੀ ਕਰਾਂਗੇ, ਠੀਕ ਹੈ ਨਾ। ਨਿਮਰਤਾ ਦਿਖਾਤੀ ਵੀਰ ਜੀ। ਹੁਣ ਗੱਲ ਕਰਨੀ ਹੈ ਸਿੱਧੀ ਮੁੱਦੇ ਤੇ। ਆਓ ਆਪ ਸਭ ਨਾਲ ਗੱਲ ਕਰੀਏ, ਕਿਉਂਕਿ ਅਸੀਂ ਇੱਥੇ ਕੋਈ ਬਿੱਲੀਆਂ ਨਹੀਂ ਬੈਠੀਆਂ। ਇੱਥੇ ਮਹਾਰਾਜ ਦੇ ਸ਼ੇਰ ਬਣਾਏ ਹੈ ਸਾਰਿਆਂ ਨੂੰ। ਇੱਥੇ ਸਿੰਘ ਹਾਂ ਅਸੀਂ, ਇੱਥੇ ਵਾਹਿਗੁਰੂ ਜੀ ਕੇ ਖਾਲਸੇ ਹਾਂ ਅਸੀਂ, ਕੋਈ ਕਿਸੇ ਸਰੀਰ ਦੇ ਪੁਜਾਰੀ ਨਹੀਂ। ਇਸ ਕਰਕੇ ਅਸੀਂ ਕਿਸੇ ਸਰੀਰ ਤੋਂ ਡਰਦੇ ਨਹੀਂ, ਪਰ ਉਹਦੀ ਰਜਾ ਨੂੰ ਮੰਨ ਕੇ ਤੇ ਸਰੀਰ ਨੂੰ ਬਸ ਰਜਾ ਹੀ ਸਮਝ ਕੇ ਚੱਲੀ ਜਾਂਦੇ ਹਾਂ। ਕਿਉਂਕਿ ਸਰੀਰ ਵੀ ਸਾਨੂੰ ਸ਼ਬਦਾਂ ਨਾਲ ਹੀ ਪਹਿਲਾਂ ਦੱਸਿਆ ਹੈ ਵਾਰ ਕਰਦਾ ਹੈ। ਅਸੀਂ ਕਿਉਂ ਕਿਸੇ ਦੇ ਕਹਿ ਲਓ ਮਾਰਨ ਤੇ ਆਈਏ। ਜਿੱਦਾਂ ਤੁਸੀਂ ਗੱਲ ਕਰਦੇ ਹੋ ਅਸੀਂ ਵੀ ਕਰ ਲੈਂਦੇ, ਠੀਕ ਹੈ ਨਾ। ਪਰ ਅਸੀਂ ਮੂਰਖ ਨਹੀਂ ਬਣਾਵਾਂਗੇ, ਸਿੱਧਾ ਜਵਾਬ ਦੇਵਾਂਗੇ। ਇਸ ਕਰਕੇ ਜੋ ਪ੍ਰੋਫੈਸਰ ਸ਼ਬਦ ਹੈ ਉਹ ਦੁਨਿਆਵੀ ਮਤ ਦੇ ਮੁਤਾਬਕ ਕਹਿ ਲਓ ਕਿ ਇੱਕ ਗਿਆਨੀ ਨੂੰ ਕਹਿੰਦੇ ਹੋ ਆਪ ਸਭ, ਸਮਝਦਾਰ ਹੋ ਕਿ ਪ੍ਰੋਫੈਸਰ ਹੈ ਉਹ। ਕਮਾਲ ਦੀ ਗੱਲ ਹੈ, ਪੜ੍ਹਾਈ ਕੀਤੀ ਹੈ, ਸਮਝਦਾਰ ਹੈ, ਕਮਾਲ ਦੀ ਗੱਲ ਹੈ। ਉਹਦੀ ਪ੍ਰੋਫੈਸ਼ਨ ਹੀ ਇਹ ਹੈ। ਆਪ ਸਮਝੋ ਨਾ ਗੱਲ ਨੂੰ। ਉਹ ਕੰਮ ਕੀ ਕਰਦਾ ਹੈ? ਜੋ ਗੁਰਮਤ ਦਾ ਗਿਆਨ ਲੈਤਾ ਹੈ। ਕੋਈ PhD ਕਰਦਾ ਹੈ, ਕੋਈ ਡਾਕਟਰੀ ਆਪਣਾ ਦੇਖ ਲਓ ਰਿਲੀਜਨ ਤੇ somebody does PhD। ਸੋ ਅਸੀਂ ਇਹ ਗੱਲਾਂ ਸਾਰੀਆਂ ਜਾਣਦੇ ਹਾਂ, ਬਟ who is a PhD over Guru here? ਸਾਡੇ ਗੁਰੂ ਦਾ ਕੋਈ ਪ੍ਰੋਫੈਸਰ ਹੈ ਨਹੀਂ। ਅੱਗੇ ਵੀ ਦੱਸਿਆ ਸੀ, ਮੇਰਾ ਵੈਦ ਗੁਰੂ ਗੋਵਿੰਦਾ, ਇਹ ਤਾਂ ਖੁਦ ਗੁਰੂ ਕਹਿ ਰਿਹਾ ਹੈ। ਔਰ ਸੰਤ ਸ਼ਬਦ ਪੂਤਾ ਮਾਤਾ ਕੀ ਅਸੀਸ, ਨਿਮਖ ਨਾ ਬਿਸਰੋ ਤੁਮਕੋ ਹਰ ਹਰ, ਸਦਾ ਭਜੋ ਜਗਦੀਸ਼। ਇਹ ਸ਼ਬਦ ਦੀ ਅਗਲੀ ਪੰਕਤੀਆਂ ਨੂੰ ਪੜ੍ਹਨਾ ਜ਼ਰੂਰ ਪਤਾ ਆਏਗਾ, ਸਮਝ ਆਏਗੀ ਕਿ ਗੁਰੂ ਮਹਾਰਾਜ ਸੰਤ ਨੂੰ ਵੱਖ ਰੂਪ ਦੱਸ ਰਹੇ ਹਨ। ਉਹ ਇੱਕ ਅਵਸਥਾ ਨੂੰ ਦੱਸਿਆ ਗਿਆ ਹੈ। ਸੋ ਇਟਸ ਵੈਰੀ ਟਰੂ ਕਿ ਸਾਡੇ ਗੁਰੂ ਸੰਤ ਸਨ, ਸਾਡੇ ਗੁਰੂ ਮਹਾਨ ਸਨ, ਸਾਡੇ ਗੁਰੂ ਖੁਦ ਆਪ ਅਕਾਲ ਪੁਰਖ ਸਨ। ਆਪ ਨਾਰਾਇਣ ਕਲਾਧਾਰ ਜਗ ਮਹਿ ਪਰਵਰਿਓ। ਇੰਨੇ ਗੁਣ ਅਕਾਲ ਪੁਰਖ ਦੇ ਧਾਰਨ ਕਰਕੇ ਵੀ ਮਹਾਰਾਜ ਕਹਿੰਦੇ ਤੁਧ ਬਿਨ ਦੂਜਾ ਅਵਰ ਨਾ ਕੋਈ।
ਇਹ ਅਸੀਂ ਮੰਨਦੇ ਹਾਂ, ਅਸੀਂ ਜਾਣਦੇ ਹਾਂ ਅਕਾਲ ਪੁਰਖ ਵੱਖ ਹੈ, ਪਰ ਕੀ ਸਾਡਾ ਮਾਲਕ ਕੋਲ ਇੰਨੇ ਗੁਣ ਨਹੀਂ ਸਨ? ਕੀ ਸਾਡੇ ਗੁਰੂਆਂ ਕੋਲ ਇੰਨੇ ਗੁਣ ਨਹੀਂ ਸਨ ਜੋ ਸਾਨੂੰ ਇੰਨਾ ਕੁਝ ਦੱਸ ਗਏ ਹਨ, ਪਰ ਉਹ ਗੱਲਾਂ ਅਸੀਂ ਦੱਸਦੇ ਹੀ ਨਹੀਂ। ਇਸ ਕਰਕੇ ਸੰਤ ਸ਼ਬਦ ਇੱਕ ਸਟੇਟ ਆਫ ਮਾਈਂਡ, ਇੱਕ ਅਵਸਥਾ ਦਾ ਨਾਮ ਹੈ, ਅੱਗੇ ਵੀ ਦੱਸਿਆ ਹੈ। ਐਂਡ ਵੀ ਅਗਰੀ ਵਿਦ ਐਵਰੀਵਨ, ਦਿਸ ਇਜ਼ ਨਾਟ ਅ ਨੇਮ ਔਰ ਇਟਸ ਨਾਟ ਅ ਟਾਈਟਲ ਟੂ ਐਡ ਇਨ ਫਰੰਟ ਆਫ ਯੂਰ ਨੇਮ। ਇਹ ਕੋਈ ਨਾਮ ਅੱਗੇ ਲਾਉਣ ਵਾਲੀ ਚੀਜ਼ ਨਹੀਂ ਹੈ, ਪਰ ਜੇ ਕਿੱਥੇ ਲੱਗ ਵੀ ਜਾਂਦੀ ਹੈ, ਸੰਗਤ ਲਾ ਵੀ ਦਿੰਦੀ ਹੈ ਕਿਸੇ ਦੇ ਨਾਮ ਅੱਗੇ, ਕਿਸੇ ਵੀਰ ਅੱਗੇ, ਜੋ ਵੀ ਹੈ, ਤੇ ਗੱਲ ਏਦਾਂ ਹੈ ਕਿ ਇੱਕ ਗੱਲ ਕਰਕੇ ਅਸੀਂ ਹੁਣ ਕਿਸੇ ਦਾ ਪੂਰਨ, ਅਸੀਂ ਜੱਜ ਥੋੜੀ ਬਣ ਸਕਦੇ ਹਾਂ ਕਿ ਕਿਸੇ ਦਾ ਪੂਰਨ ਜੀਵਨ ਹੀ ਖਰਾਬ ਕਰ ਦਈਏ। ਕਿਸੇ ਨੂੰ ਹੁਣ ਥੱਲੇ ਲਾਣ ਤੇ ਇੰਨਾ ਹੀ ਪਾਗਲ ਹੋ ਜਾਈਏ ਕਿ ਬਸ ਗੁਰਮਤ ਪ੍ਰਚਾਰ ਨੂੰ ਸਾਈਡ ਤੇ ਰੱਖ ਦਈਏ ਤੇ ਆਪਣੀ ਵਿਦਵਤਾ ਜ਼ਿਆਦਾ ਦੱਸੀਏ। ਇਸ ਕਰਕੇ ਇਹ ਗੱਲਾਂ ਨੂੰ ਬਚਾਇਆ ਜਾਵੇ। ਅਸੀਂ ਕੋਈ ਕਿਸੇ ਦੇ ਸਪੋਰਟਰ ਨਹੀਂ ਹਾਂ, ਅਸੀਂ ਸੱਚ ਦੇ ਸਪੋਰਟਰ ਹਾਂ, ਅੱਗੇ ਵੀ ਦੱਸਿਆ ਸੀ, ਪਰ ਸਾਨੂੰ ਜਵਾਬ ਦੇਣ ਦਾ ਹੁਣ ਬਹੁਤ ਜ਼ਰੂਰਤ ਹੈ। ਇਸ ਕਰਕੇ ਸਾਨੂੰ ਸਮਝ ਆ ਚੁੱਕੀ ਹੈ ਕਿ ਸਾਨੂੰ ਪਹਿਲਾਂ ਵੀ ਲੋਕਾਂ ਨੇ ਕਿਹਾ ਸੀ, ਬਹੁਤ ਵੀਰਾਂ ਨੇ, ਕਿ ਇੱਥੇ ਮੱਥਾ ਨਹੀਂ ਮਾਰਨਾ ਚਾਹੀਦਾ, ਪਰ ਅਸੀਂ ਕਿਹਾ ਫਿਰ ਵੀ ਕੁਝ ਵੀਰ ਬੈਠੇ ਹਨ, ਕੁਝ ਗੁਰੂ ਦੇ ਪਿਆਰੇ ਉੱਥੇ ਹੈਗੇ ਹਨ ਜੋ ਜਾਗਰਤਾ ਹੈ। ਇਸ ਕਰਕੇ ਇਹ ਉਹਨਾਂ ਵਾਸਤੇ ਬੇਨਤੀ ਹੈ, ਕਿਥੇ ਮਹਾਰਾਜ ਉਹਨਾਂ ਨੂੰ ਡੋਲਣ ਨਾ ਦੇਵੇ, ਉਹਨਾਂ ਦਾ ਮਨ ਨਾ ਡੋਲ ਜਾਣ। ਇਸ ਕਰਕੇ ਇਹ ਉਹਨਾਂ ਨੂੰ ਸਟਰੋਂਗ ਕਰਨ ਲਈ ਅਸੀਂ ਸਪੀਚ ਦਿੰਦੇ ਹਾਂ, ਉਹਨਾਂ ਨੂੰ ਆਪਣਾ ਮਾਰਗ ਤੇ ਰੱਖਣ ਲਈ, ਸਿੱਧੇ ਰਾਹ ਤੇ, ਵਿਖਮ ਮਾਰਗ ਚੱਲਣਾ, ਸਿੱਧੇ ਰਾਹ ਤੇ ਰੱਖਣਾ। ਇਸ ਕਰਕੇ ਸਾਨੂੰ ਸਮਝਾਉਣਾ ਹੈ ਸਾਡਾ ਕੰਮ। ਔਰ ਬਾਕੀ ਜੇ ਕੋਈ ਨਹੀਂ ਸਮਝਣਾ ਚਾਹੁੰਦਾ, ਦੁਨਿਆਵੀ ਡਿਸੀਜਨਸ ਵੀ ਆਲਵੇਜ਼ ਸੇ दैट, ਕਰੋ ਆਪਣੇ ਕੰਮ, ਜੋ ਕਰਨਾ ਹੈ ਕਰੋ। ਔਰ ਜੋ ਨੈਕਸਟ ਗੱਲ ਇਹ ਹੈ, ਮੀਟ ਬਾਰੇ, ਵੀਰ ਕਹਿੰਦਾ ਹੈ, ਮੀਟ ਬਾਰੇ ਗੁਰਬਾਣੀ ਵਿੱਚ ਕਿੱਥੇ ਨਹੀਂ ਲਿਖਿਆ ਖਾਣ ਬਾਰੇ, ਅਤੇ ਕਿਤੇ ਨਹੀਂ ਲਿਖਿਆ ਨਾ ਖਾਣ ਬਾਰੇ। ਕਮਾਲ ਦੀ ਗੱਲ ਹੈ ਯਾਰ, ਦੋਨੋਂ ਗੱਲਾਂ ਨਹੀਂ ਲਿਖੀਆਂ, ਫਿਰ ਕੀ ਕਰੀਏ? ਜੇ ਖਾਣਾ ਵੀ ਨਹੀਂ ਤੇ ਦੇਖੋ, ਜੇ ਨਹੀਂ ਖਾਣਾ, ਕਮਾਲ ਦੀ ਗੱਲ ਹੈ। ਜੇ ਮੀਟ ਖਾਣਾ ਹੀ ਨਹੀਂ ਤਾਂ what are you talking about? ਸਮਝਦੇ ਹਾਂ ਨਾ ਗੱਲ ਨੂੰ? ਇੱਥੇ ਵੀਰ ਕਹਿ ਰਿਹਾ ਹੈ ਕਿ ਮੀਟ ਬਾਰੇ ਗੁਰਬਾਣੀ ਵਿੱਚ ਕਿੱਥੇ ਨਹੀਂ ਲਿਖਿਆ ਖਾਣ ਬਾਰੇ ਕਿ ਅਸੀਂ ਖਾ ਸਕਦੇ ਹਾਂ, ਤੇ ਨਾਲ ਇਹ ਵੀ ਕਹਿੰਦੇ ਹਨ ਇਹ ਵੀ ਨਹੀਂ ਕਿੱਥੇ ਲਿਖਿਆ ਨਾ ਖਾਣ ਬਾਰੇ। What are we saying here? What do we do then? ਇਹ ਤਾਂ ਉਹ ਗੱਲ ਹੋ ਗਈ ਕਹਿਣੀ ਕਿ ਅਕਾਲ ਪੁਰਖ ਆਪਣਾ ਨਾਮ ਜਪਣਾ ਕੋਈ ਜ਼ਰੂਰੀ ਨਹੀਂ। ਇਹ ਤਾਂ ਉਹ ਗੱਲ ਹੈ ਨਾ, ਪਰ ਜ਼ਰੂਰੀ ਵੀ ਹੈ। ਇਹ ਕੋਈ ਗੱਲ ਬਣਦੀ ਹੈ? ਠੀਕ ਹੈ ਨਾ, ਨਾਮ ਜਪਣਾ ਜ਼ਰੂਰੀ ਨਹੀਂ ਪਰ ਜ਼ਰੂਰੀ ਵੀ ਹੈ। ਇਹ ਤਾਂ ਉਦਾਂ ਦੀ ਗੱਲ ਕਰ ਰਹੇ ਹਾਂ ਆਪਾਂ। ਹੁਣ ਕਈ ਕਹਿਣਗੇ ਇਹਦਾ ਕੋਈ ਮਤਲਬ ਨਹੀਂ ਬਣਦਾ, ਇਹ ਤਾਂ ਕੋਈ ਗੱਲ, ਗੁਰਬਾਣੀ 'ਚ ਸਰਿਆਬ ਲਿਖਿਆ ਹੈ। ਗੁਰਬਾਣੀ ਵਿੱਚ ਜੋ ਵੀ ਮਾਸ ਦਾ ਸ਼ਬਦ ਆਇਆ ਹੈ, ਜਦੋਂ ਵੀ ਸਾਨੂੰ ਜਿੱਦਾਂ ਮੂਰਖ ਬਣਾਇਆ ਜਾ ਰਿਹਾ ਹੈ, ਅੱਗੇ ਵੀ ਦੱਸਿਆ ਹੈ, ਜੋ ਮਾਸ ਦੀ ਅਸੀਂ ਵੀਡੀਓ ਆਪਣਾ ਆਪ ਸਭ ਦੇ ਸਾਹਮਣੇ ਰੱਖੀ ਹੈ, ਜ਼ਰੂਰ ਸੁਣੋ, ਉਸਨੂੰ ਆਪ ਨੂੰ ਸਮਝ ਆਏਗਾ। ਇਸ ਕਰਕੇ ਅਸੀਂ ਵਾਰ-ਵਾਰ ਆਪਣੇ ਆਪ ਨੂੰ ਮੂਰਖਾਂ ਦੇ ਝਗੜੇ ਵਿੱਚ ਨਹੀਂ ਪਾਉਣਾ ਚਾਹੁੰਦੇ, ਪਰ ਗੱਲ ਇਹ ਹੈ ਕਿ ਥੋੜਾ ਜਾਗਿਆ ਜਾਵੇ, ਥੋੜਾ ਸਮਝਿਆ ਜਾਵੇ। ਔਰ ਸਾਨੂੰ ਜੋ ਸਾਨੇ ਸਵਾਲ ਪਾਏ ਹਨ ਮਾਸ ਦੀ ਵੀਡੀਓ ਵਿੱਚ, ਉਹਨਾਂ ਪੰਕਤੀਆਂ ਦੇ ਅਰਥ ਕਰਕੇ ਦਿਖਾਓ ਆਪਣੀ ਬੁੱਧੀ ਨਾਲ। ਆਪ ਆਪਣੀ ਬੁੱਧ ਹੈ ਜੇਤੀ ਬਰਨਤ ਭਿੰਨ ਭਿੰਨ ਤੋਂ ਤੇਤੀ। ਕਿਸੇ ਟੀਕੇ ਦਾ ਆਧਾਰ ਕਹਿ ਲਓ ਕਿ ਕਿਸੇ ਟੀਕੇ ਨੂੰ ਆਪਣਾ ਰੈਫਰੈਂਸ ਨਾ ਯੂਜ਼ ਕਰੋ। ਰੈਫਰੈਂਸ ਹੋਣੀ ਚਾਹੀਦੀ ਹੈ ਤੁਹਾਡੀ ਬੁੱਧੀ, ਤੁਹਾਡੀ ਜ਼ਬਾਨ, ਜਿਹਦੇ ਵਿੱਚੋਂ ਸ਼ਬਦ ਦੇ ਅਰਥ ਹੋਣ, ਤੇ ਗੁਰੂ ਦੀ ਵਿਦਿਆ, ਜੋ ਗੁਰੂ ਦਾ ਗੁਰੂ ਗ੍ਰੰਥ ਸਾਹਿਬ ਹੈ, ਜਿੱਥੇ ਅਸੀਂ ਝੁਕਦੇ ਹਾਂ। ਇਸ ਕਰਕੇ ਹੋਰ ਸਾਨੂੰ ਤੀਜੀ ਜਾਂ ਚੌਥੀ ਚੀਜ਼ ਕੋਈ ਨਹੀਂ ਚਾਹੀਦੀ, ਥਰਡ ਪਾਰਟੀ ਦੀ ਕੋਈ ਜ਼ਰੂਰਤ ਨਹੀਂ। ਸਾਡਾ ਬਸ ਇੱਥੇ ਤੱਕ ਹੀ ਮੁੱਕ ਜਾਂਦਾ ਹੈ। ਔਰ ਦੂਜੀ ਗੱਲ ਹੈ, ਜੋ ਇੱਕ ਹੋਰ ਗੱਲ ਹੈ, ਅਸੀਂ ਕੋਈ ਮੀਟ ਬਾਰੇ ਜ਼ਿਆਦਾ ਕਹਿ ਲਓ ਕਿ ਡਿਸਕਸ ਨਹੀਂ ਕਰਨਾ ਚਾਹੁੰਦੇ। ਸੱਚ ਹੀ ਗੱਲ ਹੈ ਕਿ ਇਹ ਮੂਰਖਾਂ ਦਾ ਝਗੜਾ ਹੈ। ਮਾਲਕ ਸਾਡਾ ਕੋਈ ਗੁਰੂ ਐਵੇਂ ਨਹੀਂ ਕਹਿ ਰਿਹਾ, ਕਿਉਂਕਿ ਸਾਨੂੰ ਪਰ ਜਾਣ ਕੇ ਇਹ ਝਗੜਾ ਸਾਡੇ ਲਈ ਕ੍ਰੀਏਟ ਕਰ ਰਹੇ ਹਨ ਲੋਕ, ਕਿ ਅਸੀਂ ਫਿਰ ਮੈਂ ਉਹੀ ਕਹਿਣਾ ਚਾਹੁੰਦੇ ਹਾਂ ਅਸੀਂ ਕਿ ਕੋਸ਼ਿਸ਼ ਹੀ ਇਹ ਹੋ ਰਹੀ ਹੈ ਕਿ ਸਿੱਖ ਗੁੱਸੇ ਵਿੱਚ ਆਣ ਤੇ ਸਿੱਖ ਬੁਰੇ ਲੱਗਣ ਤੇ ਅਟੈਕ ਹੀ ਸਿੱਖ ਕਰ ਰਹੇ ਹਨ। ਠੀਕ ਹੈ ਨਾ, ਹੋਰ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਇਹ ਵੀਰ। ਘਰ ਹੀ ਦੇਖੋ, ਘਰ ਤਾਂ ਹੁਣ ਹਰ ਕੋਈ ਬੱਚਾ ਰੋਲਾ ਪਾ ਦਿੰਦਾ ਛੋਟੇ ਹੁੰਦਾ, ਜਿਹਨੂੰ ਗਿਆਨ ਨਹੀਂ ਹੁੰਦਾ। ਜਿਹੜੇ ਬੱਚੇ ਨੂੰ ਗਿਆਨ ਨਾ ਹੋਵੇ ਉਹ ਤਾਂ ਘਰ ਹੀ ਰੋਲਾ ਪਾਉਂਦਾ ਹੈ, ਬਾਹਰ ਥੋੜੀ ਪਾਉਂਦਾ ਹੈ। ਠੀਕ ਹੈ ਨਾ, ਇੱਕ ਵੀਡੀਓ ਕੱਢਣ ਇਹਨਾਂ ਨੂੰ, ਕੋਈ ਇੱਕ ਵੀਡੀਓ ਕੱਢੋ ਜਿਹਦੇ ਵਿੱਚ ਤੁਸੀਂ ਬਾਕੀਆਂ ਦੇ ਨਾਮ ਲਓ ਜੋ ਗੁਰਸਿੱਖ ਦੀ ਵਿਦਿਆ ਨੂੰ ਮਾਰਕੀਟ ਬਣਾ ਕੇ ਬੈਠੇ ਹਨ। ਆਪ ਸਭ ਨਾਮ ਜਾਣਦੇ ਹਨ ਕਿੰਨੇ ਡੇਰੇ ਹੋ। ਉਹ ਬਾਕੀ ਡੇਰੇ ਜੋ ਅੰਮ੍ਰਿਤ ਨਹੀਂ ਸਿਖਾਉਂਦੇ, ਜਿਹੜੇ ਅੰਮ੍ਰਿਤ ਸਿਖਾਉਂਦੇ ਹਨ ਨਾ, ਚਲੋ ਉਹਨਾਂ ਨੂੰ ਸਾਈਡ ਤੇ ਕਰਕੇ ਜਿਹੜੇ ਨਹੀਂ ਸਿਖਾਉਂਦੇ ਉਹਨਾਂ ਦੇ ਨਾਮ ਲੈ ਕੇ ਗੱਲ ਕਰੋ ਨਾ, ਤੁਹਾਨੂੰ ਮੰਨੀਏ। ਠੀਕ ਹੈ ਨਾ, ਕਰੋ ਗੱਲ, ਤਾਂ ਅਸੀਂ ਸਮਝਾਂਗੇ। ਕਿਉਂਕਿ ਤੁਸੀਂ ਘਰ ਹੀ ਰੋਲਾ ਪਾ ਰਹੇ ਹੋ। ਗੱਲ ਇਹ ਹੈ, ਤੁਸੀਂ ਘਰ ਵਿੱਚ ਹੀ ਰੋਲਾ ਪਾਇਆ ਹੋਇਆ ਹੈ। ਘਰ ਵਿੱਚ ਰੋਲਾ ਪਾ ਕੇ ਕੀ ਗੱਲ ਹੈ? ਘਰ ਤਾਂ ਕੁੱਤਾ ਵੀ ਸ਼ੇਰ ਹੁੰਦਾ ਹੈ। ਇਸ ਕਰਕੇ ਬਾਹਰ ਕੁਝ ਰੋਕ ਕੇ ਦਿਖਾਓ ਨਾ। ਜੋ ਗੰਦੇ ਗੰਦੇ ਗਾਣੇ ਬਣਦੇ ਹਨ, ਗੰਦ ਪ੍ਰਚਾਰ ਹੋ ਰਿਹਾ ਹੈ, ਉਹ ਕਰਵਾ ਕੇ ਦਿਖਾਓ ਨਾ। ਠੀਕ ਹੈ ਨਾ,
ਉਹ ਕਰਵਾ ਕੇ ਦਿਖਾਓ, ਤਾਂ ਅਸੀਂ ਮੰਨਾਂਗੇ ਕਿ ਸਿੱਖੀ 'ਚ ਕੋਈ ਯੋਗਦਾਨ ਪਾਇਆ ਜਾ ਰਿਹਾ ਹੈ। ਪਰ ਉਹ ਵੀ ਸੱਚ ਬੋਲ ਕੇ ਹੁੰਦਾ ਹੈ। ਅੱਗੇ ਵੀ ਦੱਸਿਆ ਸੀ, ਐਵੇਂ ਨਹੀਂ ਕਿ ਕਿਸੇ ਨੂੰ ਮਾੜਾ ਕਹਿ ਕੇ ਉੱਥੇ ਸਟੈਂਪ ਲਾ ਦਿੰਦੇ ਹਾਂ ਕਿ ਅਸੀਂ ਉਹਨੂੰ ਫਿਕਸ ਹੀ ਨਹੀਂ ਕਰਨਾ। ਇਸ ਕਰਕੇ ਜੇ ਬੰਦੇ ਨੂੰ ਸਹੀ ਰਾਹ ਦੱਸਿਆ ਵੀ ਨਹੀਂ ਤੇ ਉਹਨੂੰ ਕੇਵਲ ਮਾੜਾ ਹੀ ਕਹਿਣ ਲੱਗੇ, ਕਿਹੜੀ ਸਿੱਖਿਆ ਹੈ ਇਹ? ਕਿਹੜਾ ਗੁਰੂ ਕਹਿ ਰਿਹਾ ਹੈ ਆਪ ਨੂੰ? ਗੁਰੂ ਨਾਨਕ ਨੇ ਸੱਜਣ ਠੱਗ ਵਰਗਿਆਂ ਨੂੰ ਕਿਉਂ ਇੰਨੀ ਮਿਹਰ ਕੀਤੀ ਉਹਨਾਂ ਤੇ? ਠੀਕ ਹੈ ਨਾ। ਭੂਮੀਏ ਚੋਰ ਵਰਗੇ ਕਿਉਂ ਇੰਨੀ ਮਿਹਰ ਕੀਤੀ? ਕੋਈ ਤਾਂ ਗੱਲ ਹੋਣੀ। ਇਸ ਕਰਕੇ ਇਹੀ ਗੱਲ ਹੈ ਕਿ ਗੁਰੂ ਨਾਨਕ ਨੇ ਉਹਨਾਂ ਤੇ ਕਿਉਂ ਮਾੜੇ ਦੀ ਸਟੈਂਪ ਨਹੀਂ ਲਾਈ ਕਿ ਤੁਸੀਂ ਮਾੜੇ ਹੋ ਜਾਓ, ਅਸੀਂ ਤੁਹਾਡੇ ਨਾਲ ਗੱਲ ਨਹੀਂ ਕਰਨੀ। ਜੋ ਸਾਡੇ ਨਾਲ ਅੱਜ ਕੱਲ ਹੋ ਰਿਹਾ ਹੈ, ਜੋ ਇਹ ਅਸੀਂ ਬੇਨਤੀ ਕਰ ਰਹੇ ਹਾਂ, ਜਿਨ੍ਹਾਂ ਨੂੰ ਵੀਰਾਂ ਨੂੰ ਜ਼ਿਆਦਾਤਰ ਸਟੈਂਪ ਲਾਈ ਜਾ ਰਹੀ ਹੈ ਲੋਕਾਂ ਤੇ ਕਿ ਇਹ ਮਾੜੇ ਹਨ, ਇਹਨਾਂ ਕੋਲ ਆਪਣਾ ਜਾਓ ਹੀ ਨਾ, ਕਿੱਥੇ ਜਾਓ ਹੀ ਨਾ, ਪਰ ਸਾਡੇ ਕੋਲ ਹੀ ਆਓ ਜਿੱਥੇ ਇੱਕ ਓਂਕਾਰ ਵੀ ਨਹੀਂ ਮਿਲਣਾ। ਬਸ ਉੱਥੇ ਉਹਨਾਂ ਬਾਰੇ ਹੀ ਦੱਸਾਂਗੇ ਜੋ ਮਾੜਾ ਕਰ ਰਹੇ ਹਨ। ਵਨਸ ਅਗੇਨ, ਅਸੀਂ ਕਿਸੇ ਦੇ ਵੈਰੀ ਨਹੀਂ, ਫਿਰ ਦੱਸ ਦਿੰਦੇ ਹਾਂ, ਪਰ ਸ਼ੇਰ ਬਣਨਾ ਪੈਣਾ ਹੈ। ਅੱਗੇ ਵੀ ਦੱਸਿਆ ਹੈ, ਕਿੰਨੀ ਦੇਰ ਚੁੱਪ ਬੈਠਾਂਗੇ? ਹੁਣ ਤਾਂ ਅਸੀਂ ਮੂਰਖ ਹੀ ਹੈਗੇ ਨਾ ਜੇ ਚੁੱਪ ਬੈਠੇ ਰਹੇ ਤੇ। ਅਸੀਂ ਵੀ ਮੂਰਖਾਂ ਨਾ, ਜੇ ਅਸੀਂ ਚੁੱਪ ਕਰਕੇ ਬਹਿ ਗਏ, ਹਰ ਵਾਰ ਬੇਨਤੀ ਕਰਦੇ ਰਹੇ ਤੇ ਤੁਸੀਂ ਸਾਡੇ ਤੇ ਵਾਰ ਕਰਦੇ ਰਹੇ, ਏਦਾਂ ਤਾਂ ਗੱਲ ਅੱਗੇ ਚੱਲੀ ਜਾਣੀ ਹੈ। ਇਸ ਕਰਕੇ ਇਸ ਗੱਲ ਤੇ ਅਸੀਂ ਐਂਡ ਪਾਉਣਾ ਚਾਹੁੰਦੇ ਹਾਂ। ਇਸ ਗੱਲ ਨੂੰ ਅੱਜ ਇਸ ਵੀਡੀਓ ਤੇ ਰੋਕ ਦਿੰਦੇ ਹਾਂ। ਇਸ ਤੋਂ ਬਾਅਦ ਆਪ ਸਾਰੇ ਜੋ ਮਰਜ਼ੀ ਕਹੋ, ਅਸੀਂ ਗੁਰੂ ਨੂੰ ਅਰਦਾਸ ਹੀ ਕਰਾਂਗੇ। ਅਸੀਂ ਕਿਉਂਕਿ ਸਾਨੂੰ ਤੁਹਾਡੇ ਤੋਂ ਡਿਗਰੀ ਨਹੀਂ ਚਾਹੀਦੀ ਕਿ ਅਸੀਂ ਗਲਤ ਬੋਲ ਰਹੇ ਹਾਂ ਕਿ ਸਹੀ ਬੋਲ ਰਹੇ ਹਾਂ। ਤੁਹਾਡਾ ਫੀਡਬੈਕ ਨਹੀਂ ਚਾਹੀਦਾ। ਅਸੀਂ ਸਾਡੀ ਸਾਰੀਆਂ ਵੀਡੀਓ ਅਸੀਂ ਅੱਜ ਕਹਿੰਦੇ ਹਾਂ ਹਰ ਇੱਕ ਵੀਰ ਨੂੰ ਜੋ ਵੀ ਬੈਠਾ ਹੈ ਉੱਥੇ, ਇਹ ਸਾਰੀਆਂ ਵੀਡੀਓ ਅਕਾਲ ਤਖਤ ਲੈ ਕੇ ਜਾਓ ਤੇ ਪੁੱਛੋ ਅਕਾਲ ਤਖਤ ਸਾਹਿਬ ਜੀ ਨੂੰ, ਅਕਾਲ ਤਖਤ ਸਾਹਿਬ ਮਹਾਰਾਜ ਜੀ ਨੂੰ। ਜੇ ਅਸੀਂ ਕਿਸੇ ਪੱਖ ਤੋਂ ਗਲਤ ਬੋਲ ਰਹੇ ਹਾਂ, ਅਸੀਂ ਅਕਾਲ ਤਖਤ ਸਾਹਿਬ ਜ਼ਰੂਰ ਜਾਵਾਂਗੇ। ਕਦੇ ਵੀ ਨਹੀਂ ਏਦਾਂ ਹੋਏਗਾ, ਕਿਉਂਕਿ ਗੁਰੂ ਦੀ ਸਿੱਖਿਆ ਗਲਤ ਨਹੀਂ ਹੁੰਦੀ, ਗੱਲ ਏਦਾਂ ਹੁੰਦੀ ਹੈ। ਇਸ ਕਰਕੇ ਔਰ ਜਿੰਨੇ ਵੀ ਅਸੀਂ ਨਾਂ ਲੈਂਦੇ ਹਾਂ ਸਾਰੇ ਹੀ ਛੇਦੇ ਗਏ ਹਨ ਪੰਥ ਤੋਂ। ਸਾਰਿਆਂ ਤੇ ਫਤਵਾ ਲੱਗਿਆ ਅਕਾਲ ਤਖਤ ਤੋਂ। ਤੇ ਹੋਇਆ ਕੀ? ਜੋ ਕਾਮਰੇਡ ਕੌਮ ਹੈ ਇਹਨਾਂ ਦੇ ਨਾਲ ਸਾਥ ਦੇ ਰਹੀ ਹੈ, ਉਹ ਅਕਾਲ ਤਖਤ ਨੂੰ ਹੀ ਮਾੜਾ ਕਹਿਣ ਲੱਗ ਗਈ। ਉਹ ਕਹਿੰਦੇ ਇੱਥੇ ਚੋਰ ਬੈਠੇ ਹਨ ਅੰਦਰ। ਗੱਲ ਉਹ ਹੋ ਗਈ ਕਿ ਉੱਥੋਂ ਵੀ ਗਲਤ ਲੱਭ ਲਿਆ। ਥਾਂ ਤੇ ਗਲਤ ਲੱਭ ਰਹੇ ਹਨ। ਇਸ ਸਿਸਟਮ ਵਿੱਚੋਂ ਗਲਤੀਆਂ ਲੱਭ ਰਹੇ ਹਨ, ਚੰਗਿਆਈਆਂ ਦੱਸਣੀਆਂ ਨਹੀਂ। ਬਸ ਇਹ ਕਹਿੰਦੇ ਹੈ ਕਿ ਇੱਕ ਨਵੀਂ ਮਾਰਕੀਟ ਸ਼ੁਰੂ ਹੋ ਜਾਵੇ, ਕਿ ਮਾਰਕੀਟ ਚੱਲੇ, ਬਸ ਨਾਮ ਦਾ ਪ੍ਰਚਾਰ ਨਾ ਹੋਵੇ। ਇਸ ਕਰਕੇ ਜੋ ਅਗਲੀ ਗੱਲ ਹੈ, ਆਪਣਾ ਸਿਮਰਨ ਦਾ ਮੀਨ ਹੈ, ਉਹਦਾ ਮਤਲਬ ਹੈ ਕਹਿੰਦੇ ਸੱਚ ਨੂੰ ਹਰ ਪਲ ਯਾਦ ਰੱਖਣਾ। ਕਿਸੇ ਇੱਕ ਅੱਖਰ ਨੂੰ ਬਾਰ-ਬਾਰ ਰੱਟੀ ਜਾਣਾ ਸਿਮਰਨ ਨਹੀਂ ਹੈ। ਕਮਾਲ ਦੀ ਗੱਲ ਹੈ, ਇਹਨਾਂ ਵੀਰਾਂ ਲਈ ਵਾਹਿਗੁਰੂ ਅੱਜ ਇੱਕ ਅੱਖਰ ਹੀ ਰਹਿ ਗਿਆ। ਇਹ ਵਾਹਿਗੁਰੂ ਨੂੰ ਸਿਰਫ ਇੱਕ ਅੱਖਰ ਹੀ ਸਮਝਦੇ ਹਨ। ਇਹ ਨਹੀਂ ਦੇਖਦੇ ਕਿ ਸਾਡੇ ਗੁਰੂਆਂ ਨੇ ਇਸ ਅਕਾਲ ਪੁਰਖ ਦਾ ਨਾਮ ਦਿੱਤਾ ਹੈ, ਉਹਦੀ ਆਈਡੈਂਟਿਟੀ ਬਣਾਈ ਹੈ। ਇੱਕ ਓਂਕਾਰ ਉਹਦੀ ਆਈਡੈਂਟਿਟੀ ਬਣਾਈ ਹੈ, ਮੂਲ ਮੰਤਰ ਉਹਦੀ ਆਈਡੈਂਟਿਟੀ ਬਣਾਈ ਹੈ। ਜੇ ਅਸੀਂ ਇਹਨੂੰ ਰੱਟ ਲਿਆ ਤੇ ਕੀ ਮਾੜੀ ਗੱਲ ਹੈ ਇਹਦੇ ਵਿੱਚ? ਕਮਾਲ ਦੀ ਗੱਲ ਹੈ। ਇੱਕ ਇਹੋ ਜਿਹਾ ਗਿਆਨ ਦਿੱਤਾ ਜਾ ਰਿਹਾ ਹੈ ਸਾਨੂੰ ਇਸ ਕਰਕੇ ਸਮਝਣਾ ਪੈਣਾ ਹੈ ਅਸੀਂ ਕਿਹੜੇ ਪਾਸੇ ਪੈ ਰਹੇ ਹਾਂ। ਅਸੀਂ ਬਹੁਤ ਹੀ ਕਹਿ ਲਓ ਕਿ ਗਲਤ ਪਾਸੇ ਚਲੇ ਗਏ ਹਾਂ। ਇਸ ਕਰਕੇ ਜੋ ਵਾਹਿਗੁਰੂ ਦਾ ਸਿਮਰਨ ਹੈ, ਕਿਹੜੇ ਪੱਖ ਤੋਂ ਮਾੜਾ ਹੈ? ਆਪ ਨਿਤਨੇਮ ਨਹੀਂ ਕਰਦੇ? ਕਿ ਆਪ ਸਾਰੇ ਵੀਰ ਨਿਤਨੇਮ ਨਹੀਂ ਕਰਦੇ? ਤੇ ਹਰ ਰੋਜ਼ ਸੇਮ ਬਾਣੀ ਕਿਉਂ ਪੜ੍ਹਦੇ ਹੋ ਜੇ ਤੁਹਾਨੂੰ ਸਮਝ ਆ ਚੁੱਕੀ ਹੈ? ਜੇ ਸਮਝ ਆ ਚੁੱਕੀ ਹੈ ਕਿਉਂ ਪੜ੍ਹਦੇ ਹੋ? ਮਤਲਬ ਇਹ ਹੈ ਕਿ ਸਫਾਈ ਲਈ। ਸਿਮਰਨ ਵੀ ਸਫਾਈ ਕਰਦਾ ਹੈ, ਮਨ ਦੀ ਸ਼ਾਂਤੀ ਮਿਲਦੀ ਹੈ। ਕੋਈ ਆਪਣੇ ਦਵਾਰ, 10ਵੇਂ ਦਵਾਰ ਜਿਹੜੇ ਦੱਸਦੇ ਹਨ ਉੱਤੇ ਲੈ ਜਾਂਦੇ ਹਨ। ਕੋਈ ਆਪਣੀ ਬਿਰਥੀ ਜੋੜ ਲੈਂਦਾ ਹੈ। ਇਹੀ ਹੈ 10ਵਾਂ ਦਵਾਰ, ਬਿਰਥੀ ਜੋੜਨੀ ਕਹਿ ਲਓ। ਅਸੀਂ ਹੁਣ ਕੋਈ ਬਹੁਤਾ ਤੋਂ ਆਪ ਲੋਕਾਂ ਨੂੰ ਕਨਫਿਊਜ਼ ਨਹੀਂ ਕਰਨਾ ਚਾਹੁੰਦੇ। ਕੋਈ ਰੱਬ ਨੂੰ ਜਾ ਕੇ ਮਿਲਿਆ ਆਂਦਾ ਹੈ, ਇਹ ਕਰ ਆਂਦਾ ਹੈ। ਇਹ ਤਾਂ ਇੱਕ ਬਿਰਥੀ ਹੁੰਦੀ ਹੈ, ਜਦੋਂ ਜੁੜੀ ਹੋਵੇ ਆਨੰਦ ਬਹੁਤ ਆਂਦਾ ਹੈ। ਇਸ ਕਰਕੇ ਮਹਾਰਾਜ ਆਂਦੇ ਹਨ ਕਿ ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਪਰ ਉਹ ਤਾਂ ਸਤਿਗੁਰੂ ਨੂੰ ਪਾ ਕੇ ਮਿਲਦਾ ਹੈ ਨਾ, ਸਤਿਗੁਰੂ ਨੂੰ ਸਮਝ ਕੇ ਮਿਲਦਾ ਹੈ ਨਾ। ਜੇ ਸਤਿਗੁਰੂ ਤੇ ਹੀ ਉਂਗਲਾਂ ਹੀ ਉਠਾਉਣ ਲੱਗ ਗਏ, ਜੇ ਗਲਤੀਆਂ ਹੀ ਲੱਭਣ ਲੱਗ ਗਏ, ਫਿਰ ਕੀ ਪਾਇਆ ਹੈ? ਪਾਇਆ ਕੀ ਹੈ? ਖੋਜ ਹੀ ਗਲਤੀ ਹੈ। ਤੇ ਗਿਆਨ ਕਿੱਥੇ ਹੈ? ਸੱਚ ਦਾ ਗਿਆਨ ਕਿੱਥੇ ਹੈ? ਤਾਂ ਅਸੀਂ ਦੋ ਗਿਆਨ ਨਹੀਂ ਲੈਣੇ, ਅਸੀਂ ਇੱਕ ਚੀਜ਼ ਧਾਰਨ ਕਰਨੀ ਹੈ, ਜੋ ਹੈ ਸੱਚ, ਜੋ ਹੈ ਰੱਬ, ਜੋ ਹੈ ਅਕਾਲ ਪੁਰਖ ਸਾਡਾ। ਅਸੀਂ ਉਹਦੇ ਪ੍ਰੈਜ਼ੈਂਸ ਵੰਡਣੀ ਹੈ। ਥਾਂ ਤੇ ਅਸੀਂ ਇਹੀ ਕੋਸ਼ਿਸ਼ ਕਰਨੀ ਹੈ। ਇਸ ਕਰਕੇ ਸਿਮਰਨ ਕੋਈ ਮਾੜਾ ਨਹੀਂ। ਇਸ ਕਰਕੇ ਅਸੀਂ ਥਾਂ ਤੇ ਅਸੀਂ ਇਹੀ ਬੇਨਤੀ ਕਰਦੇ ਹਾਂ ਕਿ ਇਹ ਗੱਲ ਦਾ ਕੋਈ ਮਤਲਬ ਹੀ ਨਹੀਂ ਕਿ ਵਾਹਿਗੁਰੂ ਮਤਲਬ ਕਿ ਇਸਨੂੰ ਅੱਖਰ ਬਣਾਤਾ ਆਪਨੇ। ਕਮਾਲ ਦੀ ਗੱਲ ਹੈ ਕਿ ਇਹ ਸਿਰਫ ਅੱਖਰ ਹੀ ਹੈ। ਵਾਹਿਗੁਰੂ ਜੇ ਕੋਈ ਘੰਟਾ ਕਰਦਾ ਹੈ, ਸਿਮਰਨ ਕਰਦਾ ਹੈ, ਬਹੁਤ ਹੀ ਅੱਛੀ ਗੱਲ ਹੈ, ਬਹੁਤ ਹੀ ਅੱਛੀ ਗੱਲ ਹੈ। ਕਿਉਂਕਿ ਇਹ ਇੱਕ ਪਹਿਲਾ ਸਟੈਪ ਹੈ। ਜਿਸ ਬੰਦੇ ਨੂੰ ਕੁਝ ਵੀ ਨਹੀਂ ਪਤਾ ਹੁੰਦਾ ਨਾ, ਕਿਸੇ ਵੀਰ ਨੂੰ ਜਿਸ ਨੂੰ ਹਾਲੇ ਹੁਣੀ ਆਣਾ ਹੀ ਹੈ, ਜੋ ਕਰਮਾਂ ਦੀ ਮਾਰ ਸਮਝ ਕੇ ਗੁਰੂ ਦੇ ਲੜ ਲੱਗਣਾ ਚਾਹੁੰਦਾ ਹੈ ਸ਼ੁਰੂ ਤੋਂ, ਸ਼ੁਰੂਆਤ ਤੋਂ,
ਉਹ ਵੀਰ ਨੂੰ ਵਾਹਿਗੁਰੂ ਤੋਂ ਹੀ ਪ੍ਰੈਕਟਿਸ ਹੁੰਦੀ ਹੈ ਤੇ ਬਿਰਥੀ ਜੋੜ ਕੇ ਉੱਥੋਂ ਹੀ ਸਮਝ ਲੈ ਕੇ ਅੱਗੇ ਜਾ ਕੇ ਸਿੱਖਿਆ ਵਧਾਉਂਦੇ ਹਨ। ਉਹ ਇੱਕ ਵਾਹਿਗੁਰੂ ਹੀ ਜਾਗਰਤਾ ਲੈ ਕੇ ਆਉਂਦਾ ਹੈ, ਕਿਉਂਕਿ ਉਹੀ ਉਹਨਾਂ ਦਾ ਇੱਕ ਗਿਆਨ ਹੁੰਦਾ ਹੈ ਜੋ ਹੈ ਉਹਦੀ ਪ੍ਰੈਜ਼ੈਂਸ। ਉਹ ਇੱਕ ਨਾਮ ਹੀ ਉਹਨਾਂ ਨੂੰ ਪਹਿਲਾਂ ਗਿਆਨ ਕਹਿ ਲਓ ਕਿ ਉਹਦੇ ਮੁਤਾਬਕ ਉਹਦੇ ਬਲ ਮਿਲਦਾ ਹੈ, ਜੋ ਸ਼ਕਤੀ ਮਿਲਦੀ ਹੈ ਕਿ ਉਹਦੇ ਕਾਬਿਲ ਬਣਨ ਨਾਮ ਸਿੱਖਣ ਦੇ। ਉਹੀ ਹੈ ਜੋ ਇੱਕ ਕੱਲਾ ਵਾਹਿਗੁਰੂ ਸਿੱਖ ਕੇ ਹੀ ਪਹਿਲਾਂ ਗੁਰਸਿੱਖ ਪਹਿਲੀ ਪੀੜ੍ਹੀ ਆਪਣਾ ਕਹਿ ਲਓ ਕਿ ਪਹਿਲੀ ਸਟੇਜ ਤੋਂ ਪ੍ਰੈਕਟਿਸ ਕਰਦਾ ਹੈ। ਹੁਣ ਜੇ ਬੰਦਾ ਕਹਿ ਲਓ ਬਾਅਦ ਚੋਂ ਵੀ ਸਿਮਰਨ ਕਰਦਾ ਰਹੇ ਸਾਰਾ ਜੀਵਨ, ਇਹ 'ਚ ਮਾੜਾ ਕੀ ਹੈ? ਕਿ ਹੁਣ ਅਸੀਂ ਆਪਣਾ ਇੱਕ ਨੂੰ ਭੁੱਲ ਜਾਈਏ ਤੇ ਕੇਵਲ 100 ਬਾਰੇ ਦੱਸੀ ਜਾਈਏ ਤੇ 2 ਬਾਰੇ ਦੱਸੀ ਜਾਈਏ, ਕਿਉਂਕਿ 2 ਜ਼ਿਆਦਾ ਹੁੰਦਾ ਹੈ। ਮਤਲਬ ਕਿ ਇਹ ਗੱਲਾਂ ਦਾ ਕੋਈ ਮਤਲਬ ਨਹੀਂ। ਇਹ ਅਸੀਂ ਕੋਈ ਮੂਰਖ ਮੈਂ ਇਹੀ ਬੇਨਤੀ ਰਹੇਗੀ ਸਦਾ ਕਿ ਸਾਨੂੰ ਮੂਰਖ ਬਣਾਇਆ ਜਾ ਰਿਹਾ ਹੈ। ਮੈਂ ਤਾਂ ਹੋਰ ਅਸੀਂ ਦਾਸ ਤਾਂ ਅੱਗੇ ਬੋਲਣਾ ਵੀ ਨਹੀਂ ਚਾਹੁੰਦਾ, ਬਸ that's it done, ਕਿਉਂਕਿ we are out of this. We don't want to be idiots. We don't want to be fools. ਮੂਰਖੇ ਨਾਲ ਲੂਝੀਏ। ਸੋ ਪੰਕਤੀ ਬਹੁਤ ਵਧੀਆ ਮਹਾਰਾਜ ਨੇ ਦੱਸੀ ਹੈ। ਅਸੀਂ ਹੁਣ ਕਿਸੇ ਤੇ ਸਟੈਂਪ ਤਾਂ ਲਾ ਨਹੀਂ ਰਹੇ, ਪਰ ਜੋ ਗੱਲਾਂ ਹੋ ਰਹੀਆਂ ਹਨ ਫਿਰ ਕਵਾਂਗੇ ਇੱਕ ਵਾਰ ਹੋਰ, ਬਿਲਕੁਲ ਮੂਰਖਤਾ ਵਾਲੇ ਸਵਾਲ ਹਨ ਤੇ ਮੂਰਖਤਾ ਵਾਲੀਆਂ ਗੱਲਾਂ ਹਨ। ਇਸ ਕਰਕੇ ਜੋ ਲਾਸਟ ਗੱਲ ਉਹਨਾਂ ਨੇ ਕਹੀ ਹੈ ਕਿ ਸਾਡੀ ਵੀਡੀਓ ਵਿੱਚ ਅਸੀਂ ਕੇਵਲ ਨਿਮਰਤਾ ਦੇ ਵਿੱਚ ਝੂਠ ਬੋਲਿਆ ਹੈ। ਕਮਾਲ ਦੀ ਗੱਲ ਹੈ, ਨਿਮਰਤਾ ਵਿੱਚ ਝੂਠ। ਤੁਸੀਂ ਇਹ ਤਾਂ ਦੇਖ ਲਿਆ, ਨਿਮਰਤਾ ਮਹਾਰਾਜ ਨੇ ਦਿੱਤੀ ਸੀ ਸਾਨੂੰ ਬੇਨਤੀ ਕਰਨ ਲਈ, ਕਿਉਂਕਿ ਬੇਨਤੀ ਵਿੱਚ ਵੀਰ ਜੀ ਨਿਮਰਤਾ ਹੀ ਹੁੰਦੀ ਹੈ। ਜਦੋਂ ਕਿਸੇ ਨੂੰ ਬੇਨਤੀ ਕਰੀਦੀ ਹੈ ਨਾ, ਨਿਮਰਤਾ ਹੀ ਯੂਜ਼ ਕਰੀਦੀ ਹੈ, ਨਿਮਰਤਾ ਵਿੱਚ ਹੀ ਬੋਲੀਦਾ ਹੈ। ਉਹ ਕੋਸ਼ਿਸ਼ ਹੀ ਕਰਦੇ ਹੁੰਦੇ ਹਾਂ ਅਸੀਂ, ਇਸ ਕਰਕੇ ਉਹ ਕੋਸ਼ਿਸ਼ ਹੀ ਮਹਾਰਾਜ ਸੱਚੀ ਬਣਾਉਂਦੇ ਹਨ ਸਮੇਂ ਦੇ ਮੁਤਾਬਕ। ਠੀਕ ਹੈ ਨਾ? ਕਿਉਂਕਿ ਜੇ ਅਸੀਂ ਉਦਾਂ ਹੀ ਗੱਲਾਂ ਕਰਨ ਲੱਗ ਗਏ ਤੇ ਅਸੀਂ ਇੱਕ ਦੂਜੇ ਦੇ ਵੈਰੀ ਬਣ ਜਾਵਾਂਗੇ। ਅਸੀਂ 5 ਚੋਰ ਲੈ ਕੇ ਇੱਕ ਦੂਜੇ ਨਾਲ ਗੱਲਾਂ ਨਹੀਂ ਕਰਨੀਆਂ, ਫਿਰ ਦੋਨੋਂ ਹੀ ਹਾਰ ਜਾਾਂਗੇ, ਦੋਨੋਂ ਹੀ। ਇਸ ਕਰਕੇ ਪਹਿਲਾਂ ਤਾਂ ਹੀ ਅਸੀਂ ਬੇਨਤੀ ਕੀਤੀ ਸੀ ਕਿ ਪਹਿਲਾਂ 5 ਚੋਰਾਂ ਨੂੰ ਬਾਹਰ ਕੱਢ ਕੇ ਮਹਾਰਾਜ ਦੀ ਵਿਦਿਆ ਦੇ ਮੁਤਾਬਕ ਇੱਕ ਵਾਰ ਬੇਨਤੀ ਕਰਕੇ ਤਾਂ ਦੇਖੀਏ। ਇਹ ਕਿਸੇ ਨੇ ਨਹੀਂ ਕੀਤਾ, ਅਸੀਂ ਕਰਕੇ ਤਾਂ ਦੇਖੀਏ। ਸਾਡੇ ਵੀਰ ਹੀ ਹਨ, ਫਿਰ ਵੀ ਉਹਨਾਂ ਵੀਰਾਂ ਨੇ ਸਾਨੂੰ ਕੋਈ, ਅਸੀਂ ਉਹੀ ਕਹਿ ਰਹੇ ਹਾਂ, ਤੰਗ ਨਹੀਂ ਕੀਤਾ ਜਾਂ ਫਿਰ ਸਾਨੂੰ ਕੁਝ ਕਿਹਾ ਨਹੀਂ। ਹਾਲ ਤੱਕ ਅਸੀਂ ਵੇਟ ਕਰ ਰਹੇ ਹਾਂ ਰਿਸਪਾਂਸ ਦੀ, ਪਰ ਜੋ ਸੰਗਤ ਤੋਂ ਵਿਊਅਰਸ ਤੋਂ ਰਿਸਪਾਂਸ ਆ ਰਹੇ ਹਨ ਉਹ ਸਰੀਰ ਦੇ ਪੁਜਾਰੀ ਹਨ। ਜੋ ਕਹਿ ਲਓ ਕਿ ਆਪਣਾ ਜੋ ਸੰਗਤ ਸਾਨੂੰ, ਜੋ ਵੀ ਵੀਰ ਸਾਨੂੰ ਮੈਸੇਜ ਭੇਜਦੇ ਹਨ, ਉਹ ਸਰੀਰ ਦੇ ਹੀ ਪੁਜਾਰੀ ਹਨ। ਉਹ ਸਾਨੂੰ ਨਾ ਗਿਆਨ ਨਾ ਸਾਨੂੰ ਇਹ ਦੱਸ ਰਹੇ ਹਨ ਅਸੀਂ ਮਤਲਬ ਕਿ ਕਿਹੜੇ ਗੁਰੂ ਦੀ ਪੰਕਤੀ ਦੇ ਗਲਤੀ ਕੀਤੀ ਹੈ ਜਾਂ ਕੀ ਗਲਤੀ ਕੀਤੀ ਹੈ। ਉਹ ਉਹੀ ਰੱਟਾ ਲਾ ਰਹੇ ਹਨ ਜੋ ਸਾਨੂੰ ਦੱਸਿਆ ਜਾ ਰਿਹਾ ਹੈ, ਜੋ ਅਸੀਂ ਸਾਨੂੰ ਸਾਰੀਆਂ 4 ਗੱਲਾਂ ਜੋ ਸਾਨੂੰ ਸ਼ੇਅਰ ਕੀਤੀਆਂ ਹਨ। ਇਸ ਕਰਕੇ ਇਸ ਮੈਸ ਵਿੱਚੋਂ ਨਿਕਲੀਏ। I don't want to talk about this any longer because my brain starts hurting. No joke. It feels so heavy because this is no ਗਿਆਨ। ਇਸ 'ਚ ਕੋਈ ਗਿਆਨ ਹੀ ਨਹੀਂ ਹੈ। ਤੁਹਾਨੂੰ ਅਸੀਂ ਕੀ ਦੱਸੀਏ? ਅਸੀਂ ਤਾਂ ਮੂਰਖ ਲੱਗਦੇ ਹਾਂ। ਉਹੀ ਗੱਲ ਆ ਗਈ, ਅਸੀਂ ਖੁਦ ਮੂਰਖ ਲੱਗਦੇ ਹਾਂ ਇਹ ਗੱਲਾਂ ਬਹਿ ਕੇ ਕਰਨ। ਕਿਉਂ ਕਰੀਏ ਗੱਲਾਂ? ਇਸ ਕਰਕੇ ਸਾਨੂੰ ਇਹ ਗੱਲਾਂ ਰੋਕਣੀਆਂ ਪੈਣੀਆਂ ਹੈ। ਇਹ ਲਾਸਟ ਵੀਡੀਓ ਹੈ। ਮੰਨਣਾ ਹੈ ਭਾਈ ਸਾਹਿਬ ਜੀ ਸਾਰੇ ਮੰਨ ਲਓ, ਨਹੀਂ ਮੰਨਣਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ੍ਹ ਕੇ ਮੰਨ ਲਓ, ਫਿਰ ਵੀ ਇੱਕ ਆਪਸ਼ਨ ਹੈਗੀ ਹੈ। ਫਿਰ ਵੀ ਨਹੀਂ ਮੰਨਣਾ, ਡਿਸੀਜਨ ਦੁਨਿਆਵੀ ਤੁਹਾਡੀ ਹੈ। ਜਦ ਤੱਕ ਤੁਸੀਂ ਡਿਸੀਜਨਸ ਬਣਾਉਣ ਵਾਲੇ ਨੂੰ ਨਹੀਂ ਪ੍ਰਚਾਰ ਆਪਣਾ ਬਣਾਉਂਦੇ, ਤੁਸੀਂ ਜੀਵਨ ਵਿੱਚ ਫੇਲ ਹੋਵੋਗੇ ਸਾਰੇ। ਇਹ ਜਿਹੜੇ ਕਾਮੈਂਟ ਲਿਖ ਰਹੇ ਹਨ ਉਹਨਾਂ ਨੂੰ ਕਹਿ ਰਹੇ ਹਾਂ, ਪਰ ਜੋ ਰੱਟਾ ਉਹ ਕਾਮੈਂਟਾਂ ਵਿੱਚ ਦੇ ਰਹੇ ਹਨ ਉਹ ਕਿੱਥੋਂ ਆ ਰਿਹਾ ਹੈ ਉਹਨਾਂ ਨੂੰ ਵੀ ਕਹਿ ਰਹੇ ਹਾਂ। ਇਸ ਕਰਕੇ ਸਭ ਨੂੰ ਹੀ ਸਾਡਾ ਇੱਕ ਕਹਿ ਲਓ ਇੱਕ ਬੇਨਤੀ ਹੈ ਦੁਬਾਰਾ ਕਿ ਅਕਾਲ ਪੁਰਖ ਦੇ ਲੜ ਲਗਾਇਆ ਜਾਵੇ ਤੇ ਖੁਦ ਲੱਗਿਆ ਜਾਵੇ, ਕਿਉਂਕਿ ਖੁਦ ਲੱਗ ਕੇ ਹੀ, ਖੁਦ ਸਮਝ ਕੇ ਹੀ ਕਿਸੇ ਨੂੰ, ਕਿਉਂਕਿ ਪ੍ਰੈਕਟਿਸ ਵਾਟ ਯੂ ਪ੍ਰੀਚ। ਜੇ ਅਸੀਂ ਪ੍ਰੈਕਟਿਸ ਹੀ ਗਲਤੀਆਂ ਕੀਤੀਆਂ ਹਨ, ਗਲਤੀਆਂ ਲੱਭੀਆਂ ਹਨ ਵਾਂਸ ਅਗੇਨ, ਕਿਉਂਕਿ ਵੀ ਕੈਨ ਸਟੇਟ ਦਿਸ ਆਲ ਡੇ, ਫਿਰ ਅਸੀਂ ਪ੍ਰੀਚ ਵੀ ਗਲਤੀਆਂ ਕਰਦੇ ਹਾਂ। ਇਸ ਕਰਕੇ ਲੈਟਸ ਡ੍ਰੌਪ ਦਿਸ। ਅੱਜ ਦੀ ਸੇਵਾ ਸਾਰੇ ਇੱਥੇ ਹੀ ਪ੍ਰਵਾਨ ਕਰੋ, ਕਿਉਂਕਿ ਅਸੀਂ ਤਾਂ ਕੋਸ਼ਿਸ਼, ਜਿੱਥੇ ਵੀ ਮਹਾਰਾਜ ਦੀ ਗੱਲ ਹੋਈ, ਰੱਬ ਦੀ ਗੱਲ ਹੋਈ, ਅਸੀਂ ਉਸ ਨੂੰ ਸੇਵਾ ਦਾ ਰੂਪ ਦੇਵਾਂਗੇ। ਜਿੱਥੇ ਵੀ ਸਾਡੇ ਤੋਂ ਦੁਨਿਆਵੀ ਗੱਲਾਂ ਹੋਈਆਂ ਹਨ ਅਸੀਂ ਮਾਫੀ ਚਾਹੁੰਦੇ ਹਾਂ, ਕਿਉਂਕਿ ਉਹਨਾਂ ਦਾ ਕੋਈ ਮਕਸਦ ਨਹੀਂ ਹੈ। ਅਸੀਂ ਖੁਦ ਮੰਨਦੇ ਹਾਂ, ਅਸੀਂ ਇਸ ਗੱਲ ਦੇ ਕਹਿ ਲਓ ਕਿ ਪੂਰੀ ਰਜ਼ਾਮੰਦੀ ਵਿੱਚ ਹਾਂ ਕਿ ਇਹ ਜੋ ਅਸੀਂ ਗੱਲਾਂ ਕੀਤੀਆਂ ਹਨ ਇਹਦਾ ਕੋਈ ਮਤਲਬ ਨਹੀਂ, ਸਾਨੂੰ ਕੋਈ ਜ਼ਰੂਰਤ ਨਹੀਂ ਇਹਨਾਂ ਗੱਲਾਂ ਦੀ। ਪਰ ਵੀਰੋ ਸਾਰੇ ਸਮਝੋ, ਸਾਡੇ ਤੇ ਅਟੈਕ ਹੋ ਰਿਹਾ ਹੈ, ਮੰਨੋ ਚਾਹੇ ਨਾ ਮੰਨੋ, ਸਾਡੇ ਤੇ ਹਮਲਾ ਹੋ ਰਿਹਾ ਹੈ ਸ਼ਬਦਾਂ ਨਾਲ। ਔਰ ਮੇਰੀ ਹਰ ਇੱਕ ਵੀਰ ਨੂੰ ਬੇਨਤੀ ਹੈ, ਏਦਾਂ ਹੀ ਸਾਰੇ ਵੀਰ, ਇਹਨਾਂ 3 ਵੀਰਾਂ ਨੂੰ, ਇਹਨਾਂ ਸਾਰੇ 5 ਵੀਰਾਂ ਨੂੰ, ਜੋ ਵੀ ਵੀਰ ਹਨ ਜੇ ਸਾਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ, ਇਹਨਾਂ ਨੂੰ ਗਾਲਾਂ ਕੱਢਣ ਦੇ ਬਜਾਏ ਸਾਰੇ ਹੀ ਵੀਰ ਜੋ ਅਸੀਂ ਕਹਿ ਰਹੇ ਹਾਂ ਉਹਨਾਂ ਉਸੇ ਤਰੀਕੇ ਨਾਲ ਜੋ ਆਪ ਦੀ ਬੁੱਧੀ
ਚਲਦੀ ਹੈ, ਜਿਸ ਤਰੀਕੇ ਨਾਲ ਗੁਰੂ ਦਾ ਸਤਿਕਾਰ ਜਿੱਦਾਂ ਵੀ ਆਪਦੇ ਦਿਮਾਗ ਵਿੱਚ ਆਉਂਦਾ ਹੈ, ਗਾਲਾਂ ਕੱਢਣ ਦੇ ਨਾਲੋਂ ਚੰਗਾ, ਪੱਗ ਉਤਾਰਨ ਦੇ ਨਾਲੋਂ ਚੰਗਾ ਆਪ ਸਾਰੇ ਇਹਨਾਂ ਨੂੰ 10-10, 20-20, 40-40, 50-50 ਵੀਡੀਓ ਪਾਓ, 5-5 ਮਿੰਟ ਦੀ ਵੀ ਪਾਉਂਦੇ ਹੋ ਵੀਡੀਓ ਪਾਓ, ਬੇਨਤੀ ਕਰਕੇ ਸਾਰੇ ਥਾਂ ਤੇ ਬੇਨਤੀ ਕਰੋ ਇਹਨਾਂ ਨੂੰ। ਫਿਰ ਇਹ ਸਮਝ ਆਣਗੇ ਕਿ ਅੱਜ ਸਾਰੀ ਸੰਗਤ ਕਹਿ ਰਹੀ ਹੈ ਕਿ ਹਾਂ ਵੀ ਇਹ ਤਾਂ ਬੇਨਤੀ ਹੀ ਕਰ ਰਹੇ ਹਨ, ਅਸੀਂ ਹੀ ਗਲਤ ਹਾਂ। ਇਹਨਾਂ ਨੂੰ ਬੇਨਤੀ ਕਰੋ, ਜੇ ਅਸੀਂ ਲੜਾਈਆਂ ਤੇ ਆਪਾਂ ਉਤਰ ਗਏ, ਅਸੀਂ ਬੁਰੇ ਲੱਗਦੇ ਹਾਂ। ਚਾਹੁੰਦੇ ਹੀ ਇਹ ਹਨ ਸਾਰੇ ਵੀਰ ਕਿ ਅਸੀਂ ਬੁਰੇ ਲੱਗੀਏ, ਕਿਉਂਕਿ ਸਾਡੇ ਤੇ ਤਾਂ ਅਟੈਕ ਹੋ ਰਿਹਾ ਹੈ, ਅੱਜ ਪਿਓ ਤੇ ਤਾਂ ਅਟੈਕ ਹੋ ਰਿਹਾ ਹੈ। ਅੱਜ ਨਵੀਂ ਮੱਤ ਕਹਿੰਦੀ ਹੈ ਸਾਡਾ ਸਕੂਲ ਜ਼ਿਆਦਾ ਵਧੀਆ ਹੈ, ਇਸ ਕਰਕੇ ਕਿਉਂਕਿ 2 ਭਾਸ਼ਾ ਸਿੱਖ ਗਈ ਹੈ ਨਵੀਂ ਮੱਤ, ਤੇ ਉਹ ਕਹਿੰਦੇ ਤੁਹਾਨੂੰ ਕੱਲੀ ਇੱਕੋ ਗੱਲ ਆਉਂਦੀ ਹੈ, ਤੁਸੀਂ ਬਸ ਉਹੀ ਕਿੰਨੀ ਦੇਰ ਦੇ ਦੱਸੀ ਜਾਂਦੇ ਹੋ, ਕੋਈ ਮੰਨਦਾ ਨਹੀਂ, ਇਸ ਕਰਕੇ ਅਸੀਂ ਜ਼ਿਆਦਾ ਵਧੀਆ ਹਾਂ, ਸਾਨੇ ਆਪਣਾ ਸਕੂਲ ਬਣਾਉਣਾ ਹੈ। ਅੱਜ ਲੜਾਈਆਂ ਹੀ ਇਹ ਹਨ, ਅਸੀਂ ਆਪਣੀ ਕਮੇਟੀ ਬਣਾਉਣੀ ਹੈ, ਅਸੀਂ ਆਪਣੀ ਪ੍ਰਧਾਨਗੀ ਕਰਨੀ ਹੈ, ਜ਼ਿਆਦਾ ਵਿਦਵਤਾ ਲੈ ਲਈ ਹੈ, ਜ਼ਿਆਦਾ ਪੜ੍ਹ ਗਏ ਹਾਂ। ਇਹਨਾਂ ਸਾਰੀਆਂ ਗੱਲਾਂ ਚੋਂ ਨਿਕਲਿਆ ਜਾਵੇ, ਗੁਰੂ ਦੇ ਲੜ ਲੱਗਿਆ ਜਾਵੇ, ਅਕਾਲ ਪੁਰਖ ਦੇ ਲੜ ਲਗਾਇਆ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।